गुड मॉर्निंग बेटा। हाँ जी बेटा, लास्ट लैक्चर ਦੇ ਵਿੱਚ ਆਪਾਂ ਸ਼ੇਅਰ ਫੋਰਫੀਟ ਡਿਸਕਸ ਕੀਤਾ ਸੀਗਾ ਕਿ ਆਪਾਂ ਜਦੋਂ ਕੰਪਨੀ ਇੱਕ ਸ਼ੇਅਰ ਹੋਲਡਰ ਡਿਫਾਲਟ ਰਾਈਜ਼ ਕਰਦਾ ਹੈ, ਆਪਣੀ ਕਾਲਸ ਪੇ ਨਹੀਂ ਕਰ ਰਿਹਾ, ਤਾਂ ਉਸ ਟਾਈਮ ਤੇ ਕੰਪਨੀ ਉਸ ਸ਼ੇਅਰ ਹੋਲਡਰ ਨੂੰ ਡਿਊ ਨੋਟਿਸ ਦੇਣ ਤੋਂ ਬਾਅਦ ਉਹਦੇ ਸ਼ੇਅਰ ਫੋਰਫਿਟ ਕਰ ਲੇਗੀ। ਉਸ ਦੀ ਆਪਾਂ ਜਰਨਲ ਐਂਟਰੀਜ਼ ਵੀ ਡਿਸਕਸ ਕਰ ਚੁੱਕੇ ਹਾਂ। ਹੁਣ ਬੇਟਾ ਜਦੋਂ ਕੰਪਨੀ ਨੇ ਸ਼ੇਅਰਸ ਫੋਰਫਿਟ ਕਰ ਲਿਆ ਤਾਂ ਉਸ ਟਾਈਮ ਤੇ ਉਹ ਕੰਪਨੀ ਦਾ ਰਾਈਟ ਬਣ ਜਾਂਦਾ ਹੈ ਕਿ ਉਸ ਨੂੰ ਉਹ ਰੀ ਇਸ਼ੂ ਕਰ ਸਕਦੀ ਹੈ, ਕਿਸੇ ਵੀ ਪਰਸਨ ਨੂੰ ਉਹ ਮਾਰਕੀਟ ਦੇ ਵਿੱਚ ਰੀ ਇਸ਼ੂ ਕਰ ਸਕਦੀ ਹੈ। ਕੰਪਨੀ ਕੋਲ ਇਹ ਰਾਈਟ ਆ ਜਾਂਦਾ ਹੈ ਫੋਰਫਿਟ ਕਰਨ ਤੋਂ ਬਾਅਦ ਕਿ ਉਹ ਉਹਨੂੰ ਸ਼ੇਅਰਸ ਨੂੰ ਆਪਣਿਆਂ ਨੂੰ ਰੀ ਇਸ਼ੂ ਕਰ ਸਕਦੀ ਹੈ। ਇਹਦੇ ਲਈ ਉਹਨਾਂ ਨੂੰ ਆਪਣੇ ਆਰਟੀਕਲ ਆਫ ਐਸੋਸੀਏਸ਼ਨ ਦੇ ਵਿੱਚ ਪ੍ਰੋਵੀਜ਼ਨ ਹੋਣਾ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਬੇਟਾ ਜੋ ਸ਼ੇਅਰ ਇਸ਼ੂ ਕੀਤੇ ਨੇ ਉਹਨਾਂ ਨੂੰ ਡਿਸਕਾਊਂਟ ਦੇ ਉੱਪਰ ਵੀ ਇਸ਼ੂ ਕੀਤਾ ਜਾ ਸਕਦਾ ਹੈ, ਪ੍ਰੀਮੀਅਮ ਦੇ ਉੱਪਰ ਵੀ ਕੀਤਾ ਜਾ ਸਕਦਾ ਹੈ ਤੇ ਐਟ ਪਾਰ ਵੀ। ਡਿਸਕਾਊਂਟ ਮੀਨਸ ਕਿ 10 ਰੁਪਏ ਦਾ ਸ਼ੇਅਰ 9 ਰੁਪਏ ਦੇ ਵਿੱਚ, ਪ੍ਰੀਮੀਅਮ ਮੀਨਸ ਕਿ 10 ਰੁਪਏ ਦਾ ਸ਼ੇਅਰ 11 ਰੁਪਏ ਦੇ ਵਿੱਚ, ਤੇ ਐਟ ਪਾਰ ਮੀਨਸ ਕਿ 10 ਰੁਪਏ ਦਾ ਸ਼ੇਅਰ 10 ਰੁਪਏ ਦੇ ਵਿੱਚ ਹੀ ਉਹ ਰੀ ਇਸ਼ੂ ਕਰਨਗੇ। ਹਾਂਜੀ, ਹੁਣ ਬੇਟਾ ਦੇਖੋ ਫੋਰ ਐਗਜ਼ਾਮਪਲ ਆਪਾਂ 10 ਰੁਪਏ ਦਾ ਸ਼ੇਅਰ ਫੋਰਫਿਟ ਕੀਤਾ ਸੀਗਾ, 10 ਰੁਪਏ ਦਾ ਸ਼ੇਅਰ ਫੋਰਫਿਟ ਕੀਤਾ, ਉਸ ਸ਼ੇਅਰ ਦੇ ਉੱਪਰ ਉਹਨਾਂ ਨੇ ਆਪਣੀ ਫਾਈਨਲ ਕਾਲ ਪੇ ਨਹੀਂ ਸੀ ਕੀਤੀ। ਆਪਣੇ ਕੋਲ ਫੋਰਫਿਟ ਅਮਾਊਂਟ ਕਿੰਨੀ ਆ ਗਈ, ਮੰਨ ਲਓ ਆਪਣੀ ਫਾਈਨਲ ਕਾਲ 3 ਰੁਪਏ ਸੀਗੀ, ਤਾਂ ਆਪਣੇ ਕੋਲ ਫੋਰਫਿਟ ਦੀ ਅਮਾਊਂਟ ਕਿੰਨੀ ਆ ਗਈ 7 ਰੁਪਏ। ਹੁਣ ਜਿਹੜਾ ਆਪਾਂ ਨਿਊ ਸ਼ੇਅਰ ਇਸ਼ੂ ਕਰਾਂਗੇ, ਰੀ ਇਸ਼ੂ ਤਾਂ ਇਹੀ ਕਰਨਾ 10 ਰੁਪਏ ਵਾਲਾ ਹੀ। ਹੁਣ 10 ਰੁਪਏ ਉੱਪਰ ਆਪਾਂ ਮੈਕਸੀਮਮ ਡਿਸਕਾਊਂਟ 7 ਰੁਪਏ ਦੇ ਸਕਦੇ ਹਾਂ, ਇਸ ਤੋਂ ਜ਼ਿਆਦਾ ਡਿਸਕਾਊਂਟ ਨਹੀਂ ਦੇ ਸਕਦੇ ਜਿੰਨੀ ਆਪਾਂ ਅਮਾਊਂਟ ਫੋਰਫਿਟ ਕੀਤੀ ਹੈ। ਜੇਕਰ ਫੋਰ ਐਗਜ਼ਾਮਪਲ ਆਪਾਂ ਨਿਊ ਸ਼ੇਅਰ ਹੋਲਡਰ ਨੂੰ ਸ਼ੇਅਰ ਇਸ਼ੂ ਕਰਦੇ ਹਾਂ 10 ਰੁਪਏ ਵਾਲਾ, ਤਾਂ ਉਹ 10 ਤੋਂ ਇਲਾਵਾ ਆਪਾਂ ਉਹਨੂੰ 3 ਰੁਪਏ ਦੇ ਵਿੱਚ ਵੀ ਦੇ ਸਕਦੇ ਹਾਂ। ਬਾਕੀ ਦਾ ਜੋ 7 ਰੁਪਏ ਹੋ ਜਾਏਗਾ ਉਹ ਆਪਣਾ ਸ਼ੇਅਰ ਫੋਰਫਿਟ ਅਕਾਊਂਟ ਦੇ ਵਿੱਚੋਂ ਮਾਈਨਸ ਹੋ ਜਾਏਗਾ ਜਾਂ ਸ਼ੇਅਰ ਫੋਰਫਿਟ ਅਕਾਊਂਟ ਡੈਬਿਟ ਹੋ ਜਾਏਗਾ। ਉਹ ਬੇਟਾ ਆਪਾਂ ਵਿਦ ਐਗਜ਼ਾਮਪਲ ਡਿਸਕਸ ਕਰਦੇ ਹਾਂ। ਮੈਂ ਤੁਹਾਨੂੰ ਐਂਟਰੀਜ਼ ਉਹਦੀ ਪਾਸ ਕਰਕੇ ਦੱਸਾਂਗਾ ਕਿ ਆਪਾਂ ਇਹ 7 ਰੁਪਏ ਨੂੰ ਕਿਵੇਂ ਐਡਜਸਟ ਕਰਨਾ ਹੈ। ਜਸਟ ਤੁਸੀਂ ਫਿਲਹਾਲ ਇੰਨਾ ਹੀ ਯਾਦ ਰੱਖਣਾ ਹੈ ਕਿ ਜੋ ਸ਼ੇਅਰ ਆਪਾਂ ਰੀ ਇਸ਼ੂ ਕਰਨਾ ਹੈ ਉਹਦੇ ਉੱਪਰ ਮੈਕਸੀਮਮ ਡਿਸਕਾਊਂਟ ਕਿੰਨਾ ਹੋ ਸਕਦਾ ਹੈ, ਜਿੰਨਾ ਕਿ ਕੰਪਨੀ ਨੇ ਅਮਾਊਂਟ ਫੋਰਫਿਟ ਕੀਤੀ ਹੈ ਪਰ ਸ਼ੇਅਰ। ਇਸ ਤੋਂ ਜ਼ਿਆਦਾ ਕੰਪਨੀ ਡਿਸਕਾਊਂਟ ਨਹੀਂ ਦੇ ਸਕਦੀ। ਨੈਕਸਟ ਬੇਟਾ ਆਪਣੇ ਕੋਲ ਜਰਨਲ ਐਂਟਰੀਜ਼ ਨੇ ਜਿਨ੍ਹਾਂ ਨੂੰ ਕਿ ਆਪਾਂ ਪਾਸ ਕਰਨਾ ਹੈ ਜਦੋਂ ਆਪਾਂ ਸ਼ੇਅਰ ਰੀ ਇਸ਼ੂ ਕਰਦੇ ਹਾਂ। ਹਾਂਜੀ ਬੇਟਾ, ਆਪਣੇ 10 ਵਾਲੀ ਐਗਜ਼ਾਮਪਲ ਲੈ ਲਓ ਕਿ ਫੋਰ ਐਗਜ਼ਾਮਪਲ ਆਪਾਂ ਇੱਕ 10 ਰੁਪਏ ਦਾ ਸ਼ੇਅਰ ਫੋਰਫਿਟ ਕੀਤਾ ਸੀਗਾ, ਉਹਨੂੰ ਆਪਾਂ ਹੁਣ ਫੋਰਫਿਟ ਕਰਨ ਤੋਂ ਬਾਅਦ ਕੰਪਨੀ ਰੀ ਇਸ਼ੂ ਕਰਨ ਜਾ ਰਹੀ ਹੈ। ਰੀ ਇਸ਼ੂ ਕਰੇਗੀ ਤਾਂ ਉਸ ਟਾਈਮ ਤੇ ਬੈਂਕ ਫੋਰ ਐਗਜ਼ਾਮਪਲ ਉਹਨਾਂ ਨੇ 10 ਰੁਪਏ ਦਾ ਜੋ ਸ਼ੇਅਰ ਸੀਗਾ 8 ਰੁਪਏ ਦੇ ਵਿੱਚ ਰੀ ਇਸ਼ੂ ਕਰਤਾ, ਕਿ ਉਹਨਾਂ ਨੇ ਕਿਹਾ ਕਿ ਕੋਈ ਵੀ ਪਰਸਨ ਇਹਨੂੰ 8 ਰੁਪਏ ਦਾ ਬਾਏ ਕਰ ਸਕਦਾ ਹੈ। ਹਾਂਜੀ, ਫਿਰ ਬੈਂਕ ਦੇ ਵਿੱਚ ਆਪਾਂ ਨੂੰ ਰਿਸੀਵ ਕਿੰਨੇ ਹੋਏ ਕੰਪਨੀ ਨੂੰ 8 ਰੁਪਏ। ਬੈਂਕ ਅਕਾਊਂਟ ਡੈਬਿਟ ਕਿੰਨੇ ਨਾਲ ਹੋਏਗਾ 8 ਰੁਪਏ ਦੇ ਨਾਲ। ਸ਼ੇਅਰ ਫੋਰਫਿਟ ਦੇ ਵਿੱਚ ਜਿੰਨਾ ਲਾਸ ਹੋਇਆ 10 ਰੁਪਏ ਦਾ ਸ਼ੇਅਰ ਸੀਗਾ, ਆਪਾਂ 8 ਰੁਪਏ ਦੇ ਰਹੇ ਹਨ ਤੇ ਆਪਣੇ ਸ਼ੇਅਰ ਫੋਰਫਿਟ ਕਿੰਨਾ ਹੈਗਾ 2 ਰੁਪਏ, ਕਿ ਮੀਨਸ ਕਿ 2 ਰੁਪਏ ਦਾ ਲਾਸ ਹੋ ਰਿਹਾ ਹੈ, ਉਹਨੂੰ ਆਪਾਂ ਸ਼ੇਅਰ ਫੋਰਫਿਟ ਦੇ ਵਿੱਚ ਐਂਟਰ ਕਰਨਾ। ਤੇ ਸ਼ੇਅਰ ਕੈਪੀਟਲ ਕਿੰਨੀ ਪਾਰ ਵੈਲਿਊ ਸੀ 10 ਰੁਪਏ। ਤੇ ਜੇਕਰ ਇਹੀ ਸ਼ੇਅਰ 10 ਰੁਪਏ ਦੀ ਬਜਾਏ ਆਪਾਂ 12 ਰੁਪਏ ਦੇ ਵਿੱਚ ਕਰਾਂਗੇ ਤਾਂ ਫਿਰ ਕੀ ਆ ਜਾਏਗਾ 2 ਰੁਪਏ ਪ੍ਰੀਮੀਅਮ ਆ ਜਾਏਗਾ। ਫਿਰ ਆਪਣੇ ਕੋਲ ਇਹ ਵਾਲੀ ਐਂਟਰੀ ਨਹੀਂ ਆਏਗੀ, ਆਪਣੇ ਕੋਲ ਕੀ ਆਏਗਾ ਬੈਂਕ ਅਕਾਊਂਟ ਡੈਬਿਟ 12 ਰੁਪਏ, ਹਾਂਜੀ ਸ਼ੇਅਰ ਕੈਪੀਟਲ ਅਕਾਊਂਟ 10 ਰੁਪਏ ਐਂਡ ਪ੍ਰੀਮੀਅਮ 2 ਰੁਪਏ। ਓਕੇ ਬੇਟਾ, ਅੰਡਰਸਟੈਂਡ। ਇਹ ਸੀਗੀ ਸਿੰਪਲ ਐਂਟਰੀ ਜਿਹੜੀ ਆਪਾਂ ਜਦੋਂ ਸਾਰੇ ਦੇ ਸਾਰੇ ਸ਼ੇਅਰ ਹੀ ਆਪਾਂ ਫੋਰਫਿਟ ਕੀਤੇ ਤਾਂ ਉਹੀ ਸਾਰਿਆਂ ਦਾ ਸਾਰਾ ਵਿਦਿਨ 1 ਲੋਟ, ਕਿ ਇੱਕੋ ਲੋਟ ਦੇ ਵਿੱਚ ਹੀ ਆਪਾਂ ਉਹਨਾਂ ਨੂੰ ਰੀ ਇਸ਼ੂ ਕਰ ਦਿੱਤਾ ਹੈ। ਨੈਕਸਟ ਜੋ ਅਮਾਊਂਟ ਫੋਰਫਿਟ ਦੀ ਹੋਏਗੀ ਉਹਨੂੰ ਆਪਾਂ ਕੈਪੀਟਲ ਰਿਜ਼ਰਵ ਦੇ ਵਿੱਚ ਟਰਾਂਸਫਰ ਕਰਦੇ ਹਾਂ। ਇੱਕ ਚੀਜ਼ ਧਿਆਨ 'ਚ ਰੱਖਣੀ ਹੈ ਕਿ ਜਿਹੜੀ ਅਮਾਊਂਟ ਆਪਾਂ ਕੈਪੀਟਲ ਰਿਜ਼ਰਵ ਦੇ ਵਿੱਚ ਟਰਾਂਸਫਰ ਕਰਨੀ ਆ ਉਹ ਉਨੇ ਸ਼ੇਅਰ ਦੇ ਉੱਪਰ ਹੀ ਟਰਾਂਸਫਰ ਕਰਨੀ ਆ ਜਿੰਨੇ ਕਿ ਆਪਾਂ ਰੀ ਇਸ਼ੂ ਕਰ ਚੁੱਕੇ ਹਾਂ। ਜੋ ਸ਼ੇਅਰ ਆਪਾਂ ਰੀ ਇਸ਼ੂ ਨਹੀਂ ਕਰੇ ਉਹਨਾਂ ਦੇ ਉੱਪਰ ਆਪਾਂ ਅਮਾਊਂਟ ਕੈਪੀਟਲ ਅਕਾਊਂਟ ਦੇ ਵਿੱਚ ਟਰਾਂਸਫਰ ਨਹੀਂ ਕਰਨੀ। ਇਹ ਉਸ ਕੇਸ ਦੇ ਵਿੱਚ ਇੰਪਲੀਮੈਂਟ ਹੋਏਗੀ ਜਦੋਂ ਆਪਾਂ ਪਾਰਸ਼ਲੀ ਆਪਾਂ ਰੀ ਇਸ਼ੂ ਕਰਦੇ। ਫੋਰ ਐਗਜ਼ਾਮਪਲ ਕਿ ਆਪਾਂ 500 ਸ਼ੇਅਰਸ ਫੋਰਫਿਟ ਕੀਤੇ ਸੀਗੇ, ਉਹਦੇ ਵਿੱਚੋਂ ਆਪਾਂ 300 ਹੀ ਰੀ ਇਸ਼ੂ ਕੀਤੇ ਆ। ਫਿਰ ਆਪਾਂ ਦੇਖਾਂਗੇ ਕਿ 500 ਦੇ ਪਿੱਛੇ ਆਪਣੀ ਫੋਰਫਿਟ ਦੀ ਅਮਾਊਂਟ ਕਿੰਨੀ ਸੀ ਟੋਟਲ, ਤੇ ਉਹਨਾਂ ਦੇ ਵਿੱਚੋਂ ਆਪਾਂ ਕੈਲਕੂਲੇਟ ਕਰਾਂਗੇ ਕਿ
300 ਦੇ ਲਈ ਆਪਣੀ ਸ਼ੇਅਰ ਫੋਰਫਿਟ ਦੀ ਅਮਾਊਂਟ ਕਿੰਨੀ ਬਣੇਗੀ। ਫਿਰ ਆਪਾਂ ਉਸ ਨੂੰ ਹੀ ਇਹਦੇ ਵਿੱਚੋਂ ਜੋ ਲਾਸ ਹੋਏਗਾ, ਡਿਸਕਾਊਂਟ ਹੋਏਗਾ, 300 ਸ਼ੇਅਰ ਦੇ ਪਿੱਛੇ ਜੋ ਡਿਸਕਾਊਂਟ ਦਿੱਤਾ ਹੋਏਗਾ ਉਹਨੂੰ ਮਾਈਨਸ ਕਰਨ ਤੋਂ ਬਾਅਦ ਜੋ ਅਮਾਊਂਟ ਆਪਣੇ ਕੋਲ ਰਿਮੇਨਿੰਗ ਜਾਂ ਪੈਂਡਿੰਗ ਆਏਗੀ ਉਸ ਨੂੰ ਆਪਾਂ ਕੈਪੀਟਲ ਰਿਜ਼ਰਵ ਦੇ ਵਿੱਚ ਟ੍ਰਾਂਸਫਰ ਕਰਾਂਗੇ। ਹਾਂਜੀ, ਉਹੀ ਸੈਕੰਡ ਕੇਸ ਬੇਟਾ ਆਪਣੇ ਕੋਲ ਨੈਕਸਟ ਹੈ, ਜੇ ਜਦੋਂ ਆਪਾਂ ਪਾਰਸ਼ਲ ਇਸ਼ੂ ਕਰਦੇ ਹਾਂ ਉਸ ਕੇਸ ਦੇ ਵਿੱਚ ਆਪਾਂ ਅਮਾਊਂਟ ਕਿਵੇਂ ਕੈਲਕੂਲੇਟ ਕਰਨੀ ਹੈ ਕਿ ਟੋਟਲ ਫੋਰਫਿਟ ਅਮਾਊਂਟ ਕਿੰਨੀ ਹੈ, ਕਿ ਜਿੰਨੇ ਆਪਾਂ ਸ਼ੇਅਰ ਰੀਇਸ਼ੂ ਕਰ ਰਹੇ ਹਾਂ ਉਹਨਾਂ ਦੇ ਪਿੱਛੇ ਆਪਣੇ ਕੋਲ ਟੋਟਲ ਫੋਰਫਿਟ ਦੀ ਅਮਾਊਂਟ ਕਿੰਨੀ ਹੈ। ਫੋਰ ਐਗਜ਼ਾਮਪਲ 1000 ਹੋਏ, ਸੌਰੀ ਬੇਟਾ, ਫੋਰ ਐਗਜ਼ਾਮਪਲ ਆਪਣੇ ਕੋਲ ਬੇਟਾ ਟੋਟਲ ਫੋਰਫਿਟ ਦੀ ਅਮਾਊਂਟ 1000 ਹੈ। ਓਕੇ, ਆਪਾਂ ਸ਼ੇਅਰ ਟੋਟਲ ਫੋਰਫਿਟ ਕੀਤੇ ਨੇ 500 ਤੇ ਜੋ ਆਪਾਂ ਨਿਊ ਰੀਇਸ਼ੂ ਕਰ ਰਹੇ ਹਾਂ ਉਹ 300 ਕਰ ਰਹੇ ਹਾਂ, ਤਾਂ ਫਿਰ ਆਪਣੇ ਕੋਲ ਫੋਰਫਿਟ ਦੀ ਅਮਾਊਂਟ ਕਿੰਨੀ ਆ ਜਾਏਗੀ 600। ਠੀਕ ਹੈ ਜੀ। ਆਪਾਂ ਜਦੋਂ ਪਾਰਸ਼ਲ ਇਸ਼ੂ ਕਰਦੇ ਹਾਂ ਕਿ ਟੋਟਲ ਤਾਂ ਆਪਾਂ ਫੋਰਫਿਟ 500 ਕੀਤੇ ਸੀਗੇ ਬਟ ਰੀਇਸ਼ੂ ਕਿੰਨੇ ਕਰ ਰਹੇ ਹਾਂ 300, ਤਾਂ ਉਸ ਕੇਸ ਦੇ ਵਿੱਚ ਜਿੰਨੀ ਅਮਾਊਂਟ ਆਪਣੇ ਕੋਲ ਜੋ 300 ਸ਼ੇਅਰਸ ਦੇ ਪਿੱਛੇ ਹੋਏਗੀ ਆਪਾਂ ਉਸ ਨੂੰ ਹੀ ਕੈਪੀਟਲ ਰਿਜ਼ਰਵ ਦੇ ਵਿੱਚ ਟ੍ਰਾਂਸਫਰ ਕਰਨਾ ਹੈ, ਬਾਕੀ ਦੀ ਫੁੱਲ ਅਮਾਊਂਟ ਨੂੰ ਆਪਾਂ ਕੈਪੀਟਲ ਰਿਜ਼ਰਵ ਦੇ ਵਿੱਚ ਟ੍ਰਾਂਸਫਰ ਨਹੀਂ ਕਰਨਾ। ਹਾਂਜੀ ਬੇਟਾ, ਇਹਨੂੰ ਵਿਦ ਐਗਜ਼ਾਮਪਲ ਡਿਸਕਸ ਕਰਦੇ ਹਾਂ ਆਪਾਂ। ਨੈਕਸਟ ਆਪਾਂ 1 ਬਾਏ 1 ਐਗਜ਼ਾਮਪਲ ਦੇਖਦੇ ਹਾਂ, ਤੁਹਾਨੂੰ ਸਾਰੇ ਕੇਸ ਕਲੀਅਰ ਹੋ ਜਾਣਗੇ। ਹਾਂਜੀ, ਬੀ ਲਿਮਟਿਡ ਫੋਰਫਿਟ 100 ਸ਼ੇਅਰਸ ਆਫ 50 ਈਚ, ਕਿ 100 ਸ਼ੇਅਰ ਉਹਨਾਂ ਨੇ ਇਸ਼ੂ ਕੀਤੇ ਸੀਗੇ, ਫੋਰਫਿਟ ਕੀਤੇ ਨੇ ਸੌਰੀ, ਤੇ 50 ਦਾ ਇੱਕ ਸੀਗੇ ਜੀ। 35 ਕਾਲਡ ਅਪ ਕਿੰਨੇ ਹੋਇਆ 35। ਤੁਹਾਨੂੰ ਲਾਸਟ ਲੈਕਚਰ ਦੇ ਵਿੱਚ ਡਿਸਕਸ ਕਰ ਰਿਹਾ ਸੀ ਆਪਾਂ ਕਿ ਆਪਾਂ ਜਦੋਂ ਫੋਰਫਿਟ ਦੀ ਐਂਟਰੀ ਕਰਨੀ ਆ ਉਨੇ ਨਾਲ ਹੀ ਕਰਨੀ ਆ ਜਿੰਨੀ ਆਪਣੀ ਕਾਲਡ ਅਪ ਅਮਾਊਂਟ ਹੈ। ਕਾਲਡ ਅਪ ਵਿੱਚ 25 ਪਰ ਸ਼ੇਅਰ ਹੈਜ਼ ਬੀਨ ਪੇਡ ਅਪ ਬਾਏ ਰਕੇਸ਼, ਕਿ ਉਹਨੇ ਰਕੇਸ਼ ਨੇ 25 ਰੁਪੀਜ਼ ਪੇ ਕਰਤੇ ਸੀਗੇ, 35 ਕਾਲਡ ਅਪ ਸੀਗੇ, 25 ਪੇਡ ਅਪ ਨੇ ਤੇ 10 ਰੁਪਏ ਕੀ ਰਹਿ ਗਏ ਉਹਦੇ ਅਨਪੇਡ। ਦਾ ਡਾਇਰੈਕਟਰ ਰੀਇਸ਼ੂ ਦਾ ਫੋਰਫਿਟ, ਉਹਨਾਂ ਦੇ ਸ਼ੇਅਰ ਫੋਰਫਿਟ ਕਰ ਲਏ ਐਂਡ ਉਹਨਾਂ ਨੇ ਰੀਇਸ਼ੂ ਕਰਦੇ 35 ਪਰ ਸ਼ੇਅਰ ਪੇਡ ਅਪ ਅਮਾਊਂਟ 25 ਪਰ ਸ਼ੇਅਰ, ਕਿ ਉਹਨਾਂ ਨੇ 35 ਦੇ ਉੱਪਰ ਉਹਨਾਂ ਨੂੰ ਰੀਇਸ਼ੂ ਕਰਤੇ ਨੇ ਕਿ ਜਿਨ੍ਹਾਂ ਦੇ ਵਿੱਚ ਉਹ ਕਿੰਨੀ ਪੇਮੈਂਟ ਰਿਸੀਵ ਕਰ ਰਹੇ ਨੇ 25। ਹਾਂਜੀ, ਐਗਜ਼ਾਮਪਲ 'ਚ ਦੇਖਦੇ ਬੇਟਾ ਇਹਦੀ ਸੋਲਿਊਸ਼ਨ। ਸ਼ੇਅਰ ਕੈਪੀਟਲ ਦੀ ਟੋਟਲ 100 ਸ਼ੇਅਰ ਸੀਗੇ ਬੇਟਾ, 100 ਸ਼ੇਅਰ ਸੀ ਨਾ ਆਪਣੇ ਕੋਲ ਟੋਟਲ ਜੋ ਫੋਰਫਿਟ ਕਰ ਰਹੇ ਆਪਾਂ, 100 × 35 3500। ਇਹਦੇ ਉੱਪਰ ਉਹਨਾਂ ਨੇ ਪੇਡ ਅਪ ਕਿੰਨੀ ਸੀਗੀ, ਜੋ ਕਿ ਉਹਨਾਂ ਨੇ ਫਸਟ ਕਾਲ ਨਹੀਂ ਸੀ ਪੇ ਕਰ ਰਹੇ, ਫਸਟ ਕਾਲ ਪੇ ਨਹੀਂ ਸੀ ਕੀਤੀ ਉਹਨਾਂ ਨੇ, ਕਿੰਨੇ ਦੀ ਸੀ ਉਹ 10 ਰੁਪੀਜ਼ ਸੀ, 1000 ਉਹਨਾਂ ਨੇ ਪੇ ਨਹੀਂ ਕਰਿਆ, ਤਾਂ ਸ਼ੇਅਰ ਫੋਰਫਿਟ ਅਮਾਊਂਟ ਕਿੰਨੀ ਆ ਜਾਏਗੀ 2500। ਆਪਣੇ ਕੋਲ 100 ਸ਼ੇਅਰ ਦੇ ਪਿੱਛੇ ਫੋਰਫਿਟ ਦੀ ਅਮਾਊਂਟ ਕਿੰਨੀ ਹੈਗੀ 25। ਉਸਨੇ ਕਿਹਾ ਵਾ ਕਿ ਨੈਕਸਟ ਜਿਹੜੇ ਇਹ ਸ਼ੇਅਰਸ ਨੇ ਉਹਨਾਂ ਨੇ ਰੀਇਸ਼ੂ ਕਰਤੇ ਨੇ ਕਿੰਨੇ ਤੇ 25 ਰੁਪੀਜ਼ ਦੇ ਉੱਪਰ, ਕਿੰਨੇ ਦੇ ਰੀਇਸ਼ੂ ਕੀਤੇ ਨੇ 25 ਰੁਪੀਜ਼ ਦੇ ਉੱਪਰ। ਤਾਂ ਫਿਰ ਆਪਣੇ ਕੋਲ ਅਮਾਊਂਟ ਕੀ ਹੈਗੀ ਬੈਂਕ ਅਕਾਊਂਟ ਡੈਬਿਟ 100 × 25 2500, ਤੇ ਜੋ ਡਿਸਕਾਊਂਟ ਦਿੱਤਾ ਹੈ ਉਹਨੂੰ ਕੀ ਆਪਾਂ ਪਾਵਾਂਗੇ ਸ਼ੇਅਰ ਫੋਰਫਿਟ ਅਕਾਊਂਟ। 10 ਰੁਪੀਜ਼ ਡਿਸਕਾਊਂਟ ਹੋ ਗਿਆ ਨਾ ਬੇਟਾ, 10 ਰੁਪੀਜ਼ ਡਿਸਕਾਊਂਟ ਆ ਗਿਆ ਜੀ। ਟੂ ਸ਼ੇਅਰ ਕੈਪੀਟਲ ਕਿੰਨਾ ਹੋ ਗਿਆ 3500, ਕਿ 50 ਦਾ ਸ਼ੇਅਰ ਸੀਗਾ 35 ਵੀ ਪੇਡ ਅਪ, ਕਿਉਂਕਿ ਸੈਕੰਡ ਕੇਸ ਦੇ ਵਿੱਚ ਵੀ ਆਪਾਂ 35 ਵੀ ਮੰਗਵਾ ਰਹੇ ਹਾਂ, 35 ਦੇ ਅਕੋਰਡਿੰਗ ਉਹਨਾਂ ਨੂੰ ਮਲਟੀਪਲਾਈ ਕਰਾਂਗੇ, ਬਾਕੀ ਜੋ 15 ਰਹਿ ਗਏ ਨੇ ਉਹ ਬਾਅਦ ਚੋਂ ਕਾਲਡ ਅਪ ਕਰਨਗੇ। ਹੁਣ ਆਪਾਂ ਸ਼ੇਅਰ ਫੋਰਫਿਟ ਦੀ ਅਮਾਊਂਟ ਕੈਲਕੂਲੇਟ ਕਰਨੀ ਹੈ ਕਿ ਟੋਟਲ ਜਦੋਂ ਆਪਾਂ ਸ਼ੇਅਰ ਫੋਰਫਿਟ ਕੀਤੇ ਸੀਗੇ ਆਪਣੇ ਕੋਲ ਕਿੰਨੀ ਆਈ ਸੀ ਸ਼ੇਅਰ ਫੋਰਫਿਟ ਦੀ ਅਮਾਊਂਟ 2500। ਫਿਰ ਉਸ ਨੂੰ ਰੀਇਸ਼ੂ ਕਰਤੇ, ਉਹਦੇ ਉਸ ਟਾਈਮ ਦਾ ਡੈਬਿਟ ਅਮਾਊਂਟ ਕਿੰਨੀ ਹੋਈ ਆਪਣੇ ਕੋਲ 1000। ਠੀਕ ਹੈ ਜੀ। ਫਿਰ ਤੋਂ ਦੇਖੋ ਬੇਟਾ, ਜਦੋਂ ਆਪਾਂ ਸ਼ੇਅਰ ਫੋਰਫਿਟ ਕੀਤੇ ਸੀਗੇ ਆਪਣੇ ਕੋਲ ਕਿੰਨੀ ਆਈ ਸੀ ਫੋਰਫਿਟ ਦੀ ਅਮਾਊਂਟ, ਕ੍ਰੈਡਿਟ ਕਿੰਨੇ ਨਾਲ ਹੋਇਆ ਸੀਗਾ 2500 ਦੇ ਨਾਲ। ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਆਪਾਂ ਰੀਇਸ਼ੂ ਕੀਤਾ ਉਸ ਟਾਈਮ ਤੇ ਡੈਬਿਟ ਕਿੰਨੇ ਨਾਲ ਹੋਇਆ ਜੀ 1000 ਦਾ, ਜੋ ਕਿ ਆਪਣਾ ਲਾਸ ਸੀਗਾ ਰੀਇਸ਼ੂ ਕਰਦੇ ਸਮੇਂ 1000 ਆ ਗਿਆ ਜੀ। ਹਾਂਜੀ, 25 ਦੇ ਵਿੱਚੋਂ 2500 ਦੇ ਵਿੱਚੋਂ ਆਪਾਂ 1000 ਮਾਈਨਸ ਕਰਤਾ ਤਾਂ ਆਪਣੇ ਕੋਲ ਬਾਕੀ ਅਮਾਊਂਟ ਕਿੰਨੀ ਰਹਿ ਗਈ 1500, ਜਿਹਨੂੰ ਕਿ ਆਪਾਂ ਕੈਪੀਟਲ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਨਾ ਹੈ, ਕਿਉਂਕਿ ਜਿੰਨੇ ਸ਼ੇਅਰ ਆਪਾਂ 100 ਫੋਰਫਿਟ ਕੀਤੇ ਸੀ 100 ਹੀ ਆਪਾਂ ਰੀਇਸ਼ੂ ਕਰਤੇ ਨੇ, ਕੁਝ ਵੀ ਸ਼ੇਅਰ ਰਿਮੇਨਿੰਗ ਨਹੀਂ ਬਚਿਆ, ਇਸ ਕਰਕੇ ਫੁੱਲ ਦੀ ਫੁੱਲ ਅਮਾਊਂਟ ਨੂੰ ਆਪਾਂ ਸ਼ੇਅਰ ਫੋਰਫਿਟ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਾਂਗੇ। ਨੈਕਸਟ ਐਗਜ਼ਾਮਪਲ ਦੇਖੋ ਬੇਟਾ, ਡਾਇਰੈਕਟਰ ਆਫ ਏ ਲਿਮਟਿਡ ਹੈਡ ਫੋਰਫਿਟਡ 500 ਸ਼ੇਅਰਸ 50 ਕਿ 50 ਦਾ ਇੱਕ ਸੀਗਾ ਉਹਨਾਂ ਨੇ ਤੇ 500 ਸ਼ੇਅਰ ਫੋਰਫਿਟ ਕੀਤੇ ਨੇ, 40 ਬੀਇੰਗ ਕਾਲਡ ਅਪ, ਕਿ ਹਾਲੇ ਕਾਲਡ ਅਪ ਕਿੰਨੇ ਸੀਗੇ 40 ਸ਼ੇਅਰ ਸੀ ਕਾਲਡ ਅਪ ਨੇ। ਰਾਦਾ ਇਹ ਸ਼ੇਅਰ ਹੋਲਡਰ
पेड एप्लीकेशन एंड अलॉटमेंट मनी ऑफ 25, उन्होंने अपनी अलॉटमेंट मनी भी पे की 25 एंड अपनी कॉल एप्लीकेशन मनी भी पे कर, बट डिड नॉट पे द फर्स्ट कॉल ऑफ 15 ईच पर शेयर, तो उन्हें अपनी फाइनल कॉल पे फर्स्ट कॉल पे नहीं की। तो ऑफ द ये शेयर उन्होंने फोरफिट कर ले। आउट ऑफ दी शेयर्स सबसीक्वेंटली 350 शेयर से उन्होंने रीइशू किए ने 40 पेड अप के, कि उन्होंने 40 रुपीज़ फुली पेड अप शेयर्स के उपर कि 50 का शेयर 40 ਦੇ ਵਿੱਚ ਰੀਇਸ਼ੂ ਕਰਤਾ है। हाँ जी, ਇਹਦੀ ਜਨਰਲ एंट्री देखते हैं बेटा, जो ਆਪਾਂ शेयर फोरफिट किए सब तो पहले ਉਹਦੀ जनरल एंट्री की होएगी अपने को 50 इंटू 40, 50 इंटू 40 20,000 आ गया जी। हाँ जी, उस तो बाद उन्होंने कहा कि फस्ट कॉल उन्होंने पे नहीं की 500 इंटू 15, ओके जी 7500 आ गया जी। फिर शेयर फोरफिट के कितना चलेगा, जो रिमेनिंग अमाउंट बचेगी 20,000 माइनस 7500 12,500 अपने को शेयर फोरफिट अकाउंट के ट्रांसफर हो जाएगा। हाँ जी, नैक्सट बेटा यही शेयर आप रीइशू करते हैं 10 रुपीज़ डिस्काउंट से। 50 का शेयर से अपने को बेटा आप डिस्काउंट उपर इशू कर रहे हैं, तो फिर की होगा अपने को जो कि आप 350 शेयर से इंटू 40, तो अपने को टोटल अमाउंट कितनी रिसीव की आप बैंक के 14,000। ठीक है जी, यही शेयर फिर डिस्काउंट कितना हो गया 350 इंटू 10, जो डिस्काउंट है वो आप शेयर फोरफिट अकाउंट के ट्रांसफर करना है। ठीक है जी, 350 इंटू 10 3500 अपने को डिस्काउंट आ गया। नैक्सट टू शेयर कैपिटल कितनी होगी 50 पर शेयर इंटू 40 17,500। हाँ जी, हुण आप नैक्सट अपने को जो मेन पॉइंट है कि शेयर कैपिटल की अमाउंट किमें कैलकुलेट करनी है, उनके लिए बेटा की करांगे आप देखांगे कि टोटल अपने को शेयर फोरफिट की अमाउंट कितनी सी 12,500 12,500 टोटल शेयर्स किन्ने सीगे 500। रीइशू किन्ने कर रहे हैं जी आप 350, किन्ने शेयर रीइशू कर रहे हैं 350। हाँ जी, आप इत्थों कैलकुलेट करके आपको पता चलिया कि जो अपनी टोटल अमाउंट आ रही है 8750, अपने को टोटल अमाउंट कितनी हैगी 8750 अमाउंट 350 शेयर्स के पिछे अपने को बनती है, जी कि आप फोरफिट करे सीगे। हुण अपने को 8750 तो आ गए, हुण आप चैक करना है कि जो आप री इशू किए ने उन्होंने उपर आप डिस्काउंट कितना दिता सीगा जी 8750 सीगे, इनके आप डिस्काउंट कितना दिता है 3500 डिस्काउंट देता। अपने को जो रिमेनिंग अमाउंट कितनी बची 5250। ठीक है जी, 5250 रुपए अपने को जो अमाउंट है उन्होंने आप कैपिटल रिजर्व के ट्रांसफर करांगे। ओके बेटा, लगी समझ कि एक कैलकुलेट करके में करना है, आप सिर्फ जो कैपिटल रिजर्व है उन्ने ही शेयर्स पिछे कैलकुलेट करना है जिहड़े कि आप री इशू कर रहे हैं। अदर शेयर्स के पिछे आप कैपिटल रिजर्व आप कैलकुलेट नहीं कर सकते क्योंकि हले वो री इशू नहीं हुए। तो जो अमाउंट होएगी डिस्काउंट की न्यू री इशू शेयर के पिछे वो अमाउंट शेयर फोरफिट की अमाउंट तो ज़्यादा नहीं हो सकती, उस तो आप ज़्यादा डिस्काउंट नहीं दे सकते जिन्ने कि आप टोटल अमाउंट फोरफिट की सी तो प्लस न्यू तो जो रिसीव कर रहे हैं वो दोनों मिला के अपनी फेस वैल्यू के इक्वल होनिया जरूरी होंदियां ने। हाँ जी बेटा, लास्ट जो आप डिस्कस किया सीगा ये सीगा थोड़ा अपने को सिंपल टॉपिक कि जिहदे विच आपां जस्ट अपने को प्रोराटा अलॉटमेंट की कोई अमाउंट नहीं सी हुंदी कि आप कोई एडवांस अलॉटमेंट के बारे या फस्ट कॉल का कोई एडवांस अमाउंट रिसीव नहीं सी करी हुंदी, बट हुण जो आप करन जा रहे हैं उनदे विच अपने कोल एडवांस दे विच अमाउंट रिसीवड होएगी या अलॉटमेंट की ਜਾਂ अपने को फस्ट कॉल की ਜਾਂ फाइनल कॉल की, ਤਿੰਨਾਂ ਦੇ ਵਿੱਚ अपने को एडवांस कुछ ना कुछ आप रिसीव करिया होएगा जिस दी आप कैलकुलेशन करांगे। वो किवें करनी आप उहदे लई आपां नूं शेयर अपलाइड ते शेयर अलॉटड कैलकुलेट करने होणगे। हाँ जी बेटा, एक एग्जाम्पल देखते हैं जिस दे विच कि आपां नूं शेयर के उपर एडवांस कॉल रिसीव होएगी। उस केस दे विच आपां उन्हां दी अनपेड कॉल्स कैलकुलेट करनियां ने। सब तो पहले आपां स्टेटमेंट रीड करते हैं जी। मैक्सवेल लिमिटेड इशूड 50,000
शेयर्स 10 ईच कि 10 रुपए का उन्होंने एक शेयर दिता है तो 50,000 टोटल शेयर्स इशू किए हैं। ₹2 प्रीमियम के उपर कि ₹2 प्रीमियम कैलकुलेट करने। 3 ऑन एप्लीकेशन, 4 ऑन अलॉटमेंट एंड अलॉटमेंट के प्रीमियम इंक्लूड एंड 2 ऑन ₹2 प्रीमियम एंड फाइनल एंड अलॉटमेंट के नाल भी ₹2 एंड 2 ऑन फस्ट कॉल कि फस्ट कॉल के ₹2 ने एंड फाइनल किन्ने हो गया अपने को फाइनल कॉल के नाल सैकेंड या फाइनल कॉल के नाल ₹3 हो गई क्योंकि फस्ट कॉल के नाल किन्ने एप्लीकेशन के नाल 3 लै रहे हैं प्लस 4 अलॉटमेंट के आ गए बेटा प्लस 2 अपने को फस्ट कॉल के आ गए 3 + 4 9 प्लस 3 + 4 7 + 2 9 तो टोटल ₹12 बनते थे तो ₹3 की अपने को फाइनल कॉल आ गई तो ₹12 आप टोटल रिसीव करे जिहदे कि ₹10 हो गई फेस वैल्यू तो ₹2 अपने को हो गई प्रीमियम। ठीक है जी। हुण सब तो पहले जदों उन्होंने शेयर रीइशू किए तो वो इशू एप्लीकेशन इनवाइट की तो टोटल एप्लीकेशनस कितनी रिसीव हो रही ने 75,000 50,000 शेयर्स उन्होंने इशू करने सीगे बट एप्लीकेशन कितने रिसीव हो रही ने 75,000 तो प्रो डाटा अलॉटमेंट के कर रहे हैं। प्रो डाटा अलॉटमेंट पता है ना की हुंदा कि जो आप जो एडवांस मनी उन्होंने आई है उन्होंने आप फरदर कॉल्स के लिए एडजस्ट कर लेंगे जिमें कि एप्लीकेशन के नाल जो उन्होंने एक्सैस मनी दे दी है तो उन्होंने आप अलॉटमेंट के एडजस्ट कर लेंगे। हाँ जी नैक्सट स्टेटमेंट देखो बेटा कि उन्होंने कहा ऑल मनी वर ड्यू वर रिसीव्ड एक्सेप्ट अलॉटमेंट एंड फस्ट कॉल फ्रॉम रीता who applied for 1200 shares applied। देखो बेटा इस चीज़ को ध्यान दे रखना है कि उन्होंने की बोलिया तुहानू अपलाइड बोलिया कि अलॉटड बोलिया। जे अपलाइड बोलिया तो तुसीं इहदे अलॉटड शेयर कैलकुलेट करने आ फिर ही तुहाडे कोल एग्जैक्ट फिगर आ सकेगी। ऑल द शेयर्स वर फोरफिटेड उन्होंने कहा कि फस्ट कॉल तो बाद वो शेयर फोरफिट कर ले तो फोरफिटेड शेयर्स वर रीइशूड एट 9600 कि जिन्ने भी वो शेयर फोरफिट किए जिन्ने आप रीइशू किए वो शेयर की कर लिया आप फोरफिट कर लिया एंड फाइनल कॉल वाज नॉट मेड पास नैसेसरी जर्नल एंट्री। सब तो पहले बेटा आपको एप्लीकेशन किन्ने दे लिए रिसीव हुई ने 75,000 के लिए तो एप्लीकेशन मनी किन्नी है जी ₹3 वो अकॉर्डिंग आप फस्ट एंट्री करांगे बैंक अकाउंट डेबिट टू शेयर एप्लीकेशन 2,25,000 डेबिट हो गया जी। 2 शेयर एप्लीकेशन भी अपने को 2,25,000 क्रेडिट हो गया जी। नैक्सट आप इस अमाउंट को एडजस्ट करना है कि अपने कोल आप शेयर रीइशू किन्ने कर सकते थे। शेयर एप्लीकेशन अमाउंट डेबिट 2,25,000 हाँ जी। 2 शेयर कैपिटल किमें कैलकुलेट करना है जी अपना शेयर किन्ने इशू कर सकते थे 50,000 शेयर इशू कर सकते हैं तो एक शेयर के पिछे एप्लीकेशन मनी किन्नी सी 3 टोटल कितना आ गया जी अपने को शेयर कैपिटल के 1,50,000 जो रिमेनिंग अमाउंट है उन्होंने आप की पा देंगे 2 अलॉटमेंट अकाउंट 2 शेयर अलॉटमेंट अकाउंट 75,000। जेकर ये बेटा उन्होंने बोलिया होंगे कि कुछ शेयर होल्डर को आप पैसा रिफंड कर रहे हैं तो आप उन्होंने रिफंड कर देना सीगा तो वो एंट्री की आ जानी सी नाल अपने को 2 बैंक अकाउंट इत्थे नाल बैंक अकाउंट आ जाना सीगा अपने को आप जिन्नी अमाउंट सी राइट कर देनी सी क्रेडिट साइड से। ओके बेटा हाँ जी। नैक्सट आप अलॉटमेंट कैलकुलेट करते हैं कि अपने को अलॉटमेंट की अमाउंट कितनी है। हाँ जी टोटल अलॉटमेंट सब तो पहले ड्यू करांगे बेटा ड्यू के टाइम आप देखा कि 50,000 के उपर शेयरस के उपर अलॉटमेंट की मनी कितनी सी अपने को टोटल 50,000 × 4 2 लाख टोटल मनी बनती अपने को जो ड्यू करनी है उनके अपने को ₹2 प्रीमियम सीगा तो ₹2 अपने को शेयर कैपिटल का सीगा इस करके 50,000 × 2 1 लाख 50,000 × 2 1 लाख 1 लाख शेयर कैपिटल एंड 1 लाख सिक्योरिटी प्रीमियम हो गया। हाँ जी हुण आपां दी अमाउंट कितनी रिसीव करनी है उसनूं कैलकुलेट करने के लिए आपां नूं वर्किंग नोट च जाना पेगा क्योंकि जो कि एक शेयर होल्डर सीगा जिन्हें कि 1200 शेयर के लिए अप्लाई किया सीगा बट उन्हें अपनी ना तो अलॉटमेंट मनी पे करी है तो ना ही उसने अपनी फस्ट कॉल मनी पे करी है। हुण आपां दी अनपेड अमाउंट कैलकुलेट करनी है जिसकी कि उसने अलॉटमेंट दे विच पे नहीं करी उसनूं कैलकुलेट करने के लिए सब तो पहला आपां नूं की करना पेगा उनके
ਅਲੋਟਡ ਸ਼ੇਅਰ ਆਪਾਂ ਨੂੰ ਕੈਲਕੂਲੇਟ ਕਰਨੇ ਪੈਣਗੇ। ਅਲੋਟਡ ਜਿੰਨੇ ਕਿ ਆਪਾਂ ਉਹਨਾਂ ਨੂੰ ਅਲੋਟ ਕੀਤੇ ਸੀਗਾ, ਉਹਦੇ ਲਈ ਬੇਟਾ ਕੀ ਹੋਏਗਾ ਕਿ ਆਪਾਂ ਦੇਖਾਂਗੇ ਕਿ ਉਹਨੇ ਕਿੰਨੇ ਲਈ ਅਪਲਾਈ ਕੀਤਾ ਸੀਗਾ, ਟੋਟਲ ਸ਼ੇਅਰ ਕਿੰਨੇ ਲਈ ਅਪਲਾਈ ਕੀਤਾ ਸੀਗਾ, 1200 ਸ਼ੇਅਰਸ ਦੇ ਲਈ ਉਹਨੇ ਅਪਲਾਈ ਕੀਤਾ ਸੀਗਾ। ਉਹਦੇ ਲਈ ਆਪਾਂ ਨੂੰ ਸੌਰੀ ਬੇਟਾ 1200 ਸ਼ੇਅਰ ਸੀਗੇ ਉਹਨੇ ਅਪਲਾਈ ਕੀਤਾ ਸੀਗਾ। ਹਾਂਜੀ ਹੁਣ ਦੇਖਾਂਗੇ ਆਪਾਂ ਟੋਟਲ ਕਿੰਨੇ ਅਪਲਾਈ ਹੋਏ ਸ਼ੇਅਰ, 75,000 ਦੇ ਲਈ ਅਪਲਾਈ ਹੋਏ ਸੀਗੇ ਨਾ, ਅਤੇ ਅਲੋਟਡ ਕਿੰਨੇ ਹੋਏ ਸੀਗੇ 50,000 ਦੇ ਲਈ। ਠੀਕ ਹੈ ਜੀ, ਉਹਦੇ ਅਕੋਰਡਿੰਗ ਆਪਾਂ ਕੈਲਕੂਲੇਟ ਕਰਕੇ ਆਪਾਂ ਦੇਖਿਆ ਆਪਣੇ ਕੋਲ ਟੋਟਲ ਅਲੋਟਡ ਸ਼ੇਅਰ ਕਿੰਨੇ ਆਏ ਬੇਟਾ 800 ਸ਼ੇਅਰ ਸੀਗੇ ਜੋ ਕਿ ਉਹਨੂੰ ਆਪਾਂ ਅਲੋਟ ਕੀਤੇ। ਠੀਕ ਹੈ ਜੀ, 800 ਸ਼ੇਅਰਸ ਉਹਨੂੰ ਆਪਾਂ ਅਲੋਟ ਕੀਤੇ ਸੀਗੇ। ਉਹਦੇ ਅਕੋਰਡਿੰਗ ਦੇਖਾਂਗੇ ਕਿ ਉਹਨੇ ਟੋਟਲ ਅਮਾਊਂਟ ਉਹਦੀ ਅਨਪੇਡ ਕਿੰਨੀ ਆ। ਨੀਚੇ ਦੇਖੋ ਬੇਟਾ ਵਰਕਿੰਗ ਨੋਟ 'ਚ ਕਿ ਆਪਣੀ ਗਰੋਸ ਅਮਾਊਂਟ ਸੀਗੀ ਜੋ ਕਿੰਨੀ ਬਣਦੀ ਸੀਗੀ 2 ਲੱਖ। ਠੀਕ ਹੈ ਜੀ, ਅਤੇ ਲੈਸ ਐਪਲੀਕੇਸ਼ਨ ਜਿਹੜੀ ਮਨੀ ਸੀਗੀ ਆਪਣੇ ਕੋਲ ਜੋ ਆਪਾਂ ਐਡਵਾਂਸ ਰਿਸੀਵ ਕਰ ਲਈ ਸੀਗੀ ਉਹ ਕਿੰਨੀ ਬਣੀ ਸੀਗੀ 75,000, ਅਤੇ ਟੋਟਲ ਅਲੋਟਮੈਂਟ ਮਨੀ ਡਿਊ ਕਿੰਨੀ ਹੋ ਗਈ ਆਪਣੇ ਕੋਲ 1,25,500। ਹੁਣ ਇਹਦੇ ਵਿੱਚੋਂ ਆਪਾਂ ਜੋ ਕਿ ਇੱਕ ਸ਼ੇਅਰ ਹੋਲਡਰ ਸੀਗਾ ਉਹਨੇ ਜੋ ਅਮਾਊਂਟ ਪੇ ਨਹੀਂ ਕੀਤੀ ਉਹਨੂੰ ਲੈਸ ਕਰਾਂਗੇ, ਅਤੇ ਉਹ ਅਮਾਊਂਟ ਕੈਲਕੂਲੇਟ ਕਰਨ ਦੇ ਲਈ ਆਪਾਂ ਨੂੰ ਇੱਕ ਵਰਕਿੰਗ ਨੋਟ 'ਤੇ ਜਾਣਾ ਪਏਗਾ। ਦੇਖੋ ਅਨਪੇਡ ਕਾਲ ਕਿੰਨੀਆਂ ਸੀਗੀਆਂ ਜੀ, ਲੈਸ ਅਨਪੇਡ ਕਾਲ ਫॉर ਰੀਤਾ ਲੈਸ ਕਰਨੀ ਹੈ ਜੀ ਆਪਾਂ। ਉਹਦੀ ਟੋਟਲ ਅਮਾਊਂਟ 800 ਸ਼ੇਅਰ ਸੀਗੇ। ਠੀਕ ਹੈ ਜੀ, ਉਹਨੂੰ 4 ਦੇ ਅਕੋਰਡਿੰਗ ਉਹਦੀ ਅਲੋਟਮੈਂਟ ਬਣੀ ਬਣਦੀ ਆ 3200, ਅਤੇ ਉਹਨੇ 8000 ਸ਼ੇਅਰਸ ਦੇ ਉੱਪਰ ਐਡਵਾਂਸ ਮਨੀ ਵੀ ਪੇ ਕੀਤੀ ਸੀਗੀ ਉਹਨੂੰ। ਦੇਖੋ ਬੇਟਾ ਟੋਟਲ 12,000 ਦੇ ਉੱਪਰ 1200 ਸ਼ੇਅਰਸ ਦੇ ਉੱਪਰ ਉਹਨੇ ਟੋਟਲ ਆਪਣੀ ਐਪਲੀਕੇਸ਼ਨ ਮਨੀ ਦਿੱਤੀ ਸੀਗੀ। ਐਪਲੀਕੇਸ਼ਨ ਦੇ ਨਾਲ ਉਹਨੇ ਐਕਸੈਸ ਦੇਤਾ ਸੀ ਉਹਨੂੰ। ਅਲੋਟ ਤਾਂ 800 ਸ਼ੇਅਰ ਹੋਏ ਬਟ ਅਪਲਾਈ ਕਿੰਨੇ ਲਈ ਕੀਤਾ ਸੀ ਉਹਨਾਂ ਨੇ 1200 ਸ਼ੇਅਰ ਦੇ ਲਈ। ਠੀਕ ਹੈ ਜੀ, ਜੋ ਉਹਨੇ ਐਕਸੈਸ ਮਨੀ ਮਤਲਬ ਕਿ 400 ਸ਼ੇਅਰਸ ਦੇ ਲਈ ਐਕਸੈਸ ਮਨੀ ਉਹਨੇ ਦਿੱਤੀ ਸੀ ਨਾ ਆਪਾਂ ਨੂੰ 3 ਰੁਪੀਜ਼ ਉਹਨੇ ਆਪਾਂ ਨੂੰ ਐਕਸੈਸ ਮਨੀ ਦਿੱਤੀ ਸੀਗੀ ਐਪਲੀਕੇਸ਼ਨ ਦੇ ਨਾਲ। ਉਹਨੂੰ ਆਪਾਂ ਉਹਦੀ ਅਲੋਟਮੈਂਟ ਦੀ ਅਮਾਊਂਟ ਜਿੰਨੀ ਡਿਊ ਹੈ ਉਹਦੇ ਵਿੱਚੋਂ ਮਾਈਨਸ ਕਰ ਦਾਂਗੇ। ਠੀਕ ਹੈ, ਟੋਟਲ ਡਿਊ ਕਿੰਨਾ ਬਣਦਾ ਸੀਗਾ 800 × 4 3200। ਠੀਕ ਹੈ ਜੀ, 3200 ਉਹਦਾ ਅਲੋਟਮੈਂਟ ਦਾ ਡਿਊ ਹੈ। ਉਹਦੇ ਵਿੱਚੋਂ ਉਹਨੇ ਐਕਸੈਸ ਮਨੀ ਐਪਲੀਕੇਸ਼ਨ ਦੇ ਨਾਲ ਕਿੰਨੀ ਦੇ ਦਿੱਤੀ ਸੀਗੀ 1200, ਤਾਂ ਉਹਦੀ ਅਮਾਊਂਟ ਰਿਮੇਨਿੰਗ ਕਿੰਨੀ ਡਿਊ ਆ ਗਈ 2000। ਠੀਕ ਹੈ ਜੀ, ਕਿੰਨੀ ਅਮਾਊਂਟ ਆ ਗਈ ਉਹਦੀ ਬੇਟਾ 2000 ਜੋ ਉਹਦਾ ਰਿਮੇਨਿੰਗ ਅਨਪੇਡ। ਫਿਰ ਇਹਨੂੰ ਆਪਾਂ ਟੋਟਲ ਅਲੋਟਮੈਂਟ ਅਮਾਊਂਟ ਦੇ ਵਿੱਚੋਂ ਮਾਈਨਸ ਕਰ ਦਾਂਗੇ ਤਾਂ ਆਪਾਂ ਉਹਦੀ ਜਰਨਲ ਐਂਟਰੀ ਪਾਸ ਕਰ ਦਾਂਗੇ। ਹਾਂਜੀ, ਟੋਟਲ ਅਮਾਊਂਟ ਡਿਊ ਸੀਗੀ 1,25,000, ਉਹਦੇ ਵਿੱਚੋਂ 2000 ਮਾਈਨਸ ਹੋ ਗਿਆ ਤਾਂ ਆਪਣੇ ਕੋਲ ਜਰਨਲ ਐਂਟਰੀ ਦੇ ਵਿੱਚ ਕੀ ਆ ਗਿਆ ਬੇਟਾ ਬੈਂਕ ਅਕਾਊਂਟ ਡੈਬਿਟ 1,23,000 ਐਂਡ 2 ਸ਼ੇਅਰ ਅਲੋਟਮੈਂਟ 1,23,000, ਕਿ ਜਿਹਦੇ ਵਿੱਚੋਂ ਆਪਾਂ ਨੂੰ 75,000 ਆਲਰੇਡੀ ਉੱਪਰ ਐਡਵਾਂਸ ਰਿਸੀਵ ਹੋ ਗਿਆ ਸੀ ਐਂਡ 2000 ਜੋ ਇੱਕ ਸ਼ੇਅਰ ਹੋਲਡਰ ਸੀਗਾ ਉਹਨੇ ਆਪਾਂ ਨੂੰ ਪੇ ਨਹੀਂ ਕਰਿਆ। ਹਾਂਜੀ, ਨੈਕਸਟ ਆਪਾਂ ਫਸਟ ਕਾਲ ਡਿਊ ਕਰਾਂਗੇ ਟੋਟਲ ਅਮਾਊਂਟ ਦੇ ਨਾਲ 50,000 ਸ਼ੇਅਰਸ ਇੰਟੂ 2 1 ਲੱਖ ਦੇ ਨਾਲ ਡਿਊ ਹੋ ਗਈ। ਹਾਂਜੀ, ਹੁਣ ਇੱਥੇ ਅਮਾਊਂਟ ਕਿੰਨੀ ਰਿਸੀਵ ਕਰ ਰਹੇ ਹਾਂ 800 ਸ਼ੇਅਰਸ ਦੇ ਉੱਪਰ ਆਪਾਂ ਨੂੰ ਫਸਟ ਕਾਲ ਬਣੀ ਮਿਲੀ। 800 ਸ਼ੇਅਰਸ ਇੰਟੂ 2 ਆਪਾਂ ਨੂੰ ਜਿੰਨੀ ਅਮਾਊਂਟ ਨਹੀਂ ਮਿਲੀ ਉਹਨੂੰ ਆਪਾਂ 1 ਲੱਖ ਦੇ ਵਿੱਚੋਂ ਮਾਈਨਸ ਕਰਕੇ ਐਂਟਰੀ ਕੀ ਲਿਖਾਂਗੇ ਬੈਂਕ ਅਕਾਊਂਟ ਡੈਬਿਟ ਟੂ ਸ਼ੇਅਰ ਫਸਟ ਕਾਲ 98,400, ਕਿ 800 ਸ਼ੇਅਰ ਦੇ ਉੱਪਰ 2 ਰੁਪਏ ਦੇ ਅਕੋਰਡਿੰਗ ਆਪਾਂ ਨੂੰ 1600 ਰੁਪਇਆ ਰਿਸੀਵ ਨਹੀਂ ਹੋਇਆ, ਉਹਨੂੰ 1 ਲੱਖ ਦੇ ਵਿੱਚੋਂ ਮਾਈਨਸ ਕਰ ਦਾਂਗੇ। ਆਪਣੇ ਕੋਲ ਕਿੰਨਾ ਆ ਗਿਆ ਬੇਟਾ 98,400 ਸ਼ੇਅਰਸ ਅਮਾਊਂਟ ਰਿਸੀਵ ਹੋਈ ਆਪਾਂ ਨੂੰ ਫਸਟ ਕਾਲ ਦੇ ਉੱਪਰ। ਜੋ ਨਹੀਂ ਰਿਸੀਵ ਹੋਈ ਉਹਨੂੰ ਆਪਾਂ ਇੱਥੇ ਰਿਕਾਰਡ ਨਹੀਂ ਕਰਾਂਗੇ ਕਿਉਂਕਿ ਹਾਲੇ ਰਿਸੀਵ ਹੀ ਨਹੀਂ ਹੋਈ ਹੈ ਨਾ। ਆਪਣੀ ਡਿਊ ਟੋਟਲ 1 ਲੱਖ ਸੀਗੀ 98,400 ਆਪਾਂ ਨੂੰ ਰਿਸੀਵ ਹੋ ਗਈ। ਹੁਣ ਕੀ ਹੈ ਨੈਕਸਟ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਬੋਲਿਆ ਸੀ ਕਿ ਜੋ ਸ਼ੇਅਰ ਆਪਾਂ ਜਿਹੜੇ ਸ਼ੇਅਰ ਹੋਲਡਰ ਨੂੰ ਇਸ਼ੂ ਕੀਤੇ ਸੀਗੇ ਜਿੰਨੇ ਕਿ 1200 ਸ਼ੇਅਰ ਦੇ ਲਈ ਅਪਲਾਈ ਕੀਤਾ ਸੀਗਾ ਉਹਦੇ ਸ਼ੇਅਰ ਕੀ ਆਪਾਂ ਫੋਰਫਿਟ ਕਰਨੇ ਆ ਆਫਟਰ ਫਸਟ ਕਾਲ। ਹੁਣ ਪਤਾ ਕਰਨਾ ਹੈ ਕਿ ਫਸਟ ਕਾਲ ਤੱਕ ਆਪਾਂ ਮਨੀ ਕਿੰਨੀ ਰਿਸੀਵ ਕੀਤੀ ਹੈ। ਦੇਖੋ ਬੇਟਾ ਆਪਣੇ ਕੋਲ ਐਪਲੀਕੇਸ਼ਨ ਦੇ ਨਾਲ 3 ਰੁਪੀਜ਼ ਸੀਗੇ ਪਲੱਸ 4 ਰੁਪੀਜ਼ ਆਪਣੇ ਕੋਲ ਅਲੋਟਮੈਂਟ ਦੇ ਨਾਲ ਸੀਗੇ ਪਲੱਸ 2 ਰੁਪੀਜ਼ ਆਪਣੇ ਕੋਲ ਫਸਟ ਕਾਲ ਦੇ ਨਾਲ ਸੀ। ਟੋਟਲ ਆਪਾਂ 9 ਰੁਪੀਜ਼ ਰਿਸੀਵ ਕਰ ਚੁੱਕੇ ਹਾਂ ਹੁਣ ਤੱਕ ਫਸਟ ਕਾਲ ਤੱਕ। ਇਹਦੇ ਵਿੱਚੋਂ ਕਿ 2 ਰੁਪਏ ਪ੍ਰੀਮੀਅਮ ਸੀਗਾ। ਫਿਰ ਸ਼ੇਅਰ ਕੈਪੀਟਲ ਦੀ ਅਮਾਊਂਟ ਕਿੰਨੀ ਹੋ ਗਈ 7 ਐਂਡ 2 ਰੁਪੀਜ਼ ਪ੍ਰੀਮੀਅਮ ਕਿੰਨਾ ਹੋ ਗਿਆ ਟੋਟਲ 9 ਰੁਪੀਜ਼ ਹੋ ਗਿਆ। ਹਾਂਜੀ, ਹੁਣ ਆਪਾਂ ਜਦੋਂ ਸ਼ੇਅਰ ਫੋਰਫਿਟ ਕਰਨੇ ਉਸ ਟਾਈਮ ਐਂਟਰੀ ਕੀ ਹੋਏਗੀ ਸ਼ੇਅਰ ਕੈਪੀਟਲ ਅਕਾਊਂਟ ਡੈਬਿਟ 5600 ਕਿਵੇਂ ਆਇਆ ਬੇਟਾ 800 ਸ਼ੇਅਰ ਸੀਗੇ ਆਪਣੇ ਕੋਲ ਐਂਡ 7 ਰੁਪੀਜ਼ ਆਪਾਂ ਉਹਦੇ ਸ਼ੇਅਰ ਕੈਪੀਟਲ ਦੀ ਅਮਾਊਂਟ ਸੀਗੀ ਜਿੰਨੀ ਆਪਾਂ ਕਾਲਡ ਅਪ ਕਰੀ ਸੀਗੀ।
800 इंटू 7 आ गया अपने को 5600 एंड जो आप लास्ट से भी डिस्कस कर रहे हैं कि जेकर डिफाल्ट प्रीमियम ਦੇ ਵਿੱਚ ਹੁੰਦਾ ਤਾਂ ਆਪਾਂ ਪ੍ਰੀਮੀਅਮ ਨੂੰ ਨਾਲ ਮੈਂਸ਼ਨ ਕਰਾਂਗੇ 800 ਇੰਟੂ 2 ਆਪਣੇ ਕੋਲ ਕਿੰਨਾ ਆ ਗਿਆ 1600 ਉਸ ਤੋਂ ਇਲਾਵਾ ਨੈਕਸਟ ਆਪਾਂ ਜੋ ਅਨਪੇਡ ਕਾਲਸ ਨੇ ਨਾ ਹੀ ਉਹਨਾਂ ਨੇ ਅਲੋਟਮੈਂਟ ਮਨੀ ਪੇ ਕਰੀ ਸੀ ਨਾ ਹੀ ਉਹਨਾਂ ਨੇ ਆਪਣੇ ਕੋਲ ਫਸਟ ਕਾਲ ਮਨੀ ਪੇ ਕਰੀ ਸੀਗੀ ਹਾਂਜੀ 2 ਸ਼ੇਅਰ ਅਲੋਟਮੈਂਟ 800 ਆਪਣੇ 800 ਸ਼ੇਅਰ ਦੇ ਉੱਪਰ ਆਪਾਂ ਲਾਸਟ ਤੇ ਕੈਲਕੂਲੇਟ ਕਰ ਰਹੇ ਸੀ ਕਿ 2000 ਅਨਪੇਡ ਨੈਕਸਟ ਆਪਣੇ ਕੋਲ ਫਸਟ ਕਾਲ ਵੀ ਆਪਾਂ ਨੂੰ ਪੇ ਨਹੀਂ ਸੀ ਕਰੀ 1600 ਇਹਨਾਂ ਨੂੰ ਆਪਾਂ ਪਲੱਸ ਕਰਕੇ ਇਹਦੇ ਵਿੱਚੋਂ ਆਪਣੀਆਂ ਜੋ ਅਨਪੇਡ ਕਾਲਸ ਉਹਨਾਂ ਨੂੰ ਮਾਈਨਸ ਕੀਤਾ ਤਾਂ ਆਪਣੇ ਕੋਲ ਅਮਾਊਂਟ ਆ ਗਈ 3600 ਕਿੰਨੀ ਆ ਗਈ ਬੇਟਾ 3600 2 ਸ਼ੇਅਰ ਫੋਰਫੀਟ ਆਪਣੇ ਕੋਲ ਕਿੰਨਾ ਆ ਗਿਆ 3600 ਨੈਕਸਟ ਬੇਟਾ ਉਹਨਾਂ ਨੇ ਕਿਹਾ ਕਿ ਇਹ ਵਾਲੇ ਜੋ ਸ਼ੇਅਰਸ ਨੇ ਆਪਾਂ ਇਹਨਾਂ ਨੂੰ ਰੀਇਸ਼ੂ ਕਰਤਾ ਏ 9600 'ਚ ਹਾਂਜੀ ਜਰਨਲ ਐਂਟਰੀ ਹੋਏਗੀ ਬੈਂਕ ਅਕਾਊਂਟ ਡੈਬਿਟ 9600 ਹਾਂਜੀ 9600 ਆਪਾਂ ਜੋ ਅਮਾਊਂਟ ਰਿਸੀਵ ਕਰ ਰਹੇ ਹਾਂ ਟੋਟਲ ਹਾਂਜੀ ਬੇਟਾ ਇਸ਼ੂ ਐਟ ਪ੍ਰੀਮੀਅਮ ਕਰ ਰਹੇ ਹਾਂ ਰੀਇਸ਼ੂ ਕਰ ਰਹੇ ਹਾਂ ਜੋ ਪ੍ਰੀਮੀਅਮ 'ਤੇ ਕਰ ਰਹੇ ਹਾਂ ਨਾ ਕਿ ਡਿਸਕਾਊਂਟ 'ਤੇ ਕਰ ਰਹੇ ਹਾਂ ਕਿਉਂਕਿ ਆਪਾਂ ਟੋਟਲ ਅਮਾਊਂਟ ਕਿੰਨੀ ਸੀਗੀ ਆਪਣੇ ਕੋਲ 5600 ਆਪਾਂ ਕਿੰਨੇ 'ਤੇ ਕਰ ਰਹੇ ਹਾਂ 96 'ਤੇ ਫਿਰ ਆਪਣੇ ਕੋਲ ਕੀ ਹੋ ਗਿਆ ਇਹ ਪ੍ਰੀਮੀਅਮ ਦੇ ਉੱਪਰ ਹੋ ਗਿਆ ਨਾ ਕਿ ਆਪਣੇ ਕੋਲ ਡਿਸਕਾਊਂਟ ਦੇ ਉੱਪਰ ਹੋ ਗਿਆ ਨੈਕਸਟ 2 ਸ਼ੇਅਰ ਕੈਪੀਟਲ 5600 ਦੇ ਸ਼ੇਅਰ ਸੀਗੇ ਜੋ ਕਿ ਆਪਾਂ 96 'ਚ ਕਰ ਰਹੇ ਹਾਂ 96 ਰਿਸੀਵ ਕੀਤਾ ਡੈਬਿਟ ਸਾਈਡ ਤੇ 2 ਸ਼ੇਅਰ ਕੈਪੀਟਲ 5600 ਕ੍ਰੈਡਿਟ 2 ਸਿਕਿਉਰਿਟੀ ਪ੍ਰੀਮੀਅਮ 4000 ਕੀ ਆ ਗਿਆ ਆਪਣੇ ਕੋਲ ਸਿਕਿਉਰਿਟੀ ਪ੍ਰੀਮੀਅਮ ਜੋ ਕਿ ਆਪਾਂ ਰਿਸੀਵ ਕਰ ਰਹੇ ਹਾਂ ਇਸ ਕੇਸ ਦੇ ਵਿੱਚ ਕੋਈ ਵੀ ਆਪਾਂ ਡਿਸਕਾਊਂਟ ਸ਼ੇਅਰ ਹੋਲਡਰ ਨੂੰ ਨਹੀਂ ਦਿੱਤਾ ਇਸ ਕਰਕੇ ਜੋ ਫੁੱਲ ਅਮਾਊਂਟ ਹੈ ਸ਼ੇਅਰ ਫੋਰਫੀਟ ਦੀ 3600 ਉਹਨੂੰ ਆਪਾਂ ਕੈਪੀਟਲ ਰਿਜ਼ਰਵ ਦੇ ਵਿੱਚ ਟ੍ਰਾਂਸਫਰ ਕਰ ਦਾਂਗੇ ਐਂਟਰੀ ਕਿਉਂਕਿ ਸ਼ੇਅਰ ਫੋਰਫੀਟ ਅਕਾਊਂਟ ਡੈਬਿਟ 3600 2 ਸ਼ੇਅਰ 2 ਕੈਪੀਟਲ ਰਿਜ਼ਰਵ 3600 ਕ੍ਰੈਡਿਟ ਸਾਈਡ ਤੇ ਇਸ ਤਰ੍ਹਾਂ ਬੇਟਾ ਜੇਕਰ ਆਪਾਂ ਪ੍ਰੀਮੀਅਮ ਦੇ ਉੱਪਰ ਕਰ ਰਹੇ ਹਾਂ ਤਾਂ ਇਹ ਵਾਲੀ ਜਰਨਲ ਐਂਟਰੀ ਹੋਏਗੀ ਜੇਕਰ ਡਿਸਕਾਊਂਟ ਦੇ ਉੱਪਰ ਹੁੰਦਾ ਤਾਂ ਇਹਦੇ ਵਿੱਚੋਂ ਜਿੰਨਾ ਡਿਸਕਾਊਂਟ ਸੀਗਾ ਉਹ ਮਾਈਨਸ ਕਰਕੇ ਰਿਮੇਨਿੰਗ ਅਮਾਊਂਟ ਆਪਾਂ ਸ਼ੇਅਰ ਫੋਰਫੀਟ ਸ਼ੇਅਰ ਕੈਪੀਟਲ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਾਂਗੇ ਓਕੇ ਥੈਂਕ ਯੂ ਸੋ ਮਚ ਬੇਟਾ ਇਹ ਸੀ ਆਪਣੇ ਕੋਲ ਪ੍ਰੋ ਰਾਟਾ ਅਲੋਟਮੈਂਟ ਵਿਦ ਰੀਇਸ਼ੂ ਆਫ ਸ਼ੇਅਰ ਕੈਪੀਟਲ ਕਿ ਜੋ ਸ਼ੇਅਰਸ ਆਪਾਂ ਰੀਇਸ਼ੂ ਕਰਦੇ ਹਾਂ ਪ੍ਰੋ ਰਾਟਾ ਅਲੋਟਮੈਂਟ ਦੇ ਇਸ ਤੋਂ ਇਲਾਵਾ ਤੁਸੀਂ ਪ੍ਰੈਕਟੀਕਲ ਪ੍ਰੋਬਲਮਸ ਤੁਸੀਂ ਸੋਲਵ ਕਰਨੀਆਂ ਨੇ ਜੇਕਰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਮੇਰੇ ਨਾਲ ਡਿਸਕਸ ਕਰੋ ਓਕੇ ਥੈਂਕ ਯੂ ਸੋ ਮਚ ਬੇਟਾ